सतनाम श्री वाहिगुरु साहिब जी। किरपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। परम सत्कारयोग ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹਾਂ ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਦੇ ਵਿੱਚ ਆਪਾਂ ਇਤਿਹਾਸ ਦੀਆਂ ਇਹਨਾਂ ਘਟਨਾਵਾਂ ਨੂੰ ਵਿਚਾਰਿਆ ਸੀ ਕਿ ਕਿਵੇਂ ਧਿਆਨ ਸਿਉ ਡੋਗਰਾ ਸ਼ੇਰ ਸਿੰਘ ਦੇ ਰਾਹੀਂ ਸਤਿਕਾਰਯੋਗ ਬੀਬੀ ਨਾਨਕੀ ਕੌਰ, ਜੋ ਕੰਬਰ ਨੌ ਨਿਹਾਲ ਸਿੰਘ ਦੀ ਪਤਨੀ ਹੈ, ਉਸ ਨੂੰ ਜ਼ਹਿਰ ਦੇ ਕੇ ਖਤਮ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਮਾਤਾ ਚੰਦ ਕੌਰ, ਜੋ ਮਹਾਰਾਜਾ ਖੜਕ ਸਿੰਘ ਦੀ ਪਤਨੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਹੈ, ਕੰਬਰ ਨੌ ਨਿਹਾਲ ਸਿੰਘ ਦੀ ਮਾਤਾ ਹੈ, ਉਸ ਨੂੰ ਕਿਵੇਂ ਗੋਲੀਆਂ ਦੇ ਰਾਹੀਂ ਖਤਮ ਕਰਵਾਇਆ ਜਾਂਦਾ ਹੈ। ਬਾਅਦ ਦੇ ਵਿੱਚ ਉਹ ਤੜਫਦਿਆਂ ਹੋਇਆਂ ਇਸ ਦੁਨੀਆ ਤੋਂ ਚੱਲ ਵੱਸਦੀ ਹੈ। ਸੋ ਇਹਨਾਂ ਘਟਨਾਵਾਂ ਨੂੰ ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰਿਆ ਹੈ। ਸੋ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਿਆਨ ਸਿਉ ਡੋਗਰੇ ਦੇ ਵੱਲੋਂ ਇਹ ਚਾਲ ਚੱਲੀ ਗਈ ਸੀ, ਗੋਲੀਆਂ ਦੇ ਰਾਹੀਂ ਮਾਤਾ ਚੰਦ ਕੌਰ ਨੂੰ ਖਤਮ ਕਰਵਾਉਣਾ ਹੈ। ਇਹਨਾਂ 4 ਗੋਲੀਆਂ ਨੂੰ ਡਰਾਵਾ ਦੇ ਕੇ ਕਿ ਨਹੀਂ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਨਹੀਂ ਮਾਤਾ ਚੰਦ ਕੌਰ ਦਾ ਕਤਲ ਕਰੋ। ਅਤੇ ਉਹ 4 ਗੋਲੀਆਂ ਆਪਣੀ ਮੌਤ ਤੋਂ ਡਰਦਿਆਂ ਹੋਇਆਂ ਇੱਕ ਪੱਥਰ ਦੇ ਰਾਹੀਂ ਮਾਤਾ ਚੰਦ ਕੌਰ 'ਤੇ ਸੁੱਤੀ ਪਈ 'ਤੇ ਹਮਲਾ ਕਰਦੀਆਂ ਹਨ। ਬਾਅਦ ਦੇ ਵਿੱਚ ਉਹਨਾਂ ਦਾ ਮਨ ਪਸੀਜ ਜਾਂਦਾ ਹੈ ਕਿ ਅਸੀਂ ਇਹ ਪਾਪ ਨਹੀਂ ਕਰਨਾ, ਜਿਸ ਕਰਕੇ ਉਹ ਜ਼ਖਮੀ ਹੋਈ ਮਾਤਾ ਚੰਦ ਕੌਰ ਦਾ ਇਲਾਜ ਕਰਵਾਇਆ ਜਾਂਦਾ। ਇੱਕ ਹਕੀਮ ਨੂੰ ਸੱਦ ਕੇ ਵੈਦ ਨੂੰ ਸੱਦਿਆ ਜਾਂਦਾ, ਲੇਕਿਨ ਉਹ ਜਵਾਬ ਦੇ ਦਿੰਦਾ ਵੀ ਇਸ ਦੀ ਸੇਵਾ ਕਰ ਲਵੋ, ਹੁਣ ਇਹ ਬਹੁਤਾ ਸਮਾਂ ਜਿਉਂਦਾ ਨਹੀਂ ਰਹਿ ਸਕਦੀ। ਆਖਰ 13 ਜੂਨ 1843 ਈਸਵੀ ਨੂੰ ਮਾਤਾ ਚੰਦ ਕੌਰ ਅਕਾਲ ਚਲਾਣਾ ਕਰ ਜਾਂਦੀ ਹੈ। ਹੁਣ ਧਿਆਨ ਸਿਉ ਡੋਗਰਾ ਹੈ, ਉਹ ਉਹਨਾਂ 4 ਗੋਲੀਆਂ ਨੂੰ ਦਰਬਾਰ ਦੇ ਵਿੱਚ ਬੁਲਾਇਆ ਜਾਂਦਾ ਹੈ। ਹੁਣ ਇਹ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਹੈ, ਇਹਦੀ ਜ਼ਿਆਦਾ ਗੱਲ ਸੁਣੀ ਜਾਵੇਗੀ। ਜਿਹੜੀਆਂ ਨੌਕਰਾਣੀਆਂ ਉਹਨਾਂ ਦੀ ਗੱਲ 'ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾਣਾ। ਇਹ 4 ਗੋਲੀਆਂ ਤਾਂ ਧਿਆਨ ਸਿਉ ਦੇ ਸਾਹਮਣੇ ਦਰਬਾਰ ਦੇ ਵਿੱਚ ਇਸ ਕਰਕੇ ਜਾਂਦੀਆਂ ਹਨ ਵੀ ਹੋ ਸਕਦਾ ਧਿਆਨ ਸਿਉ ਡੋਗਰਾ ਸਾਨੂੰ ਕੋਈ ਇਨਾਮ ਦੇਵੇ, ਕਿਉਂਕਿ ਉਸਨੇ ਵਾਅਦਾ ਕੀਤਾ ਸੀ ਵੀ ਤੁਹਾਨੂੰ 5-5 ਹਜ਼ਾਰ ਰੁਪਈਆ ਦਿੱਤਾ ਜਾਵੇਗਾ। ਪਰ ਧਿਆਨ ਸਿਉ ਡੋਗਰੇ ਨੇ, ਜੋ ਉਸ ਸਮੇਂ ਦੇ ਹੋਰ ਉੱਚੇ ਅਹੁਦਿਆਂ 'ਤੇ ਵਿਰਾਜਮਾਨ ਹਨ, ਜਾਂ ਮਹਾਰਾਜਾ ਸ਼ੇਰ ਸਿੰਘ ਹੈ, ਉਹ ਤਾਂ ਨਾਲ ਹੀ ਸਹਿਮਤ ਹੈ। ਉਹ ਤਾਂ ਸਾਰੀ ਪਲੈਨਿੰਗ ਧਿਆਨ ਸਿਉ ਡੋਗਰੇ ਨੇ ਬਣਾਈ ਸੀ ਵੀ ਆਪਾਂ ਨੂੰ ਮਾਤਾ ਚੰਦ ਕੌਰ ਖਤਮ ਕਰ ਦੇਣੀ ਚਾਹੀਦੀ ਹੈ, ਨਹੀਂ ਉਹ ਆਪਣੇ ਤਖਤ 'ਤੇ ਬੈਠ ਸਕਦੀ ਹੈ ਦੁਬਾਰੇ,
ਰੌਲਾ ਪਾਵੇਗੀ। ਸੰਧਾ ਵਾਲੀਏ ਉਹਦੇ ਨਾਲ ਸਹਿਮਤ ਹਨ। ਇਹਨਾਂ ਦੀ ਤਾਂ ਮਿਲੀ ਭੁਗਤ ਸੀ। ਤੇ ਜਦੋਂ ਉਹ 4 ਗੋਲੀਆਂ ਨੂੰ ਬੁਲਾਇਆ ਜਾਂਦਾ ਹੈ, ਉਹਨਾਂ ਨੂੰ ਇਨਾਮ ਦੇਣ ਦੀ ਬਜਾਏ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਵੀ ਇਹਨਾਂ ਨੇ ਮਾਤਾ ਚੰਦ ਕੌਰ ਦੇ ਜੋ ਗਹਿਣੇ ਪਹਿਨੇ ਹੋਏ ਸਨ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਲਾਲਚ ਵਸ ਹੋ ਕੇ ਵੀ ਅਸੀਂ ਉਹਦਾ ਕਤਲ ਕਰਕੇ ਉਹਦੇ ਗਹਿਣੇ ਉਤਾਰ ਲਵਾਂਗੀਆਂ, ਇਸ ਲਈ ਇਹਨਾਂ ਨੇ ਹਮਲਾ ਕੀਤਾ। ਤੇ ਇਹ ਧਿਆਨ ਸਿਉ ਡੋਗਰੇ ਵੱਲੋਂ ਇਹ ਸਾਰੀ ਇਸ ਤਰ੍ਹਾਂ ਇੱਕ ਪਲੈਨਿੰਗ ਜੀ ਬਣਾ ਕੇ ਇੱਕ ਮਾਹੌਲ ਜਿਹਾ ਸਿਰਜ ਕੇ ਉਹ 4 ਗੋਲੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਹ 4 ਗੋਲੀਆਂ ਮੈਂ ਨਾਮ ਸਾਂਝੇ ਕੀਤੇ ਸਨ, ਇੱਕ ਆਸੋ, ਭਾਗੋ, ਬਦਾਮੋ ਤੇ ਪੇਰੋਂ। ਇਹ 4 ਗੋਲੀਆਂ ਨੂੰ ਬਹੁਤ ਹੀ ਭਿਆਨਕ ਸਜ਼ਾ ਦਿੱਤੀ ਜਾਂਦੀ ਹੈ। ਇਹਨਾਂ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਹੈ ਅਤੇ ਇਹਨਾਂ ਦਾ ਨੱਕ ਵੀ ਕੱਟ ਦਿੱਤਾ ਜਾਂਦਾ ਹੈ। ਤੇ ਇਹਨਾਂ ਨੂੰ ਇਸ ਤਰ੍ਹਾਂ ਹੱਥ ਪੈਰ ਕੱਟ ਕੇ, ਨੱਕ ਕੱਟ ਕੇ ਲਾਹੌਰ ਦਰਬਾਰ ਤੋਂ, ਕਿਲੇ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਉੱਥੇ ਇਹ ਤੜਫਦੀਆਂ ਹੋਈਆਂ ਜਦੋਂ ਲੋਕ ਇਹਨਾਂ ਨੂੰ ਵੇਖਦੇ ਹੈ, ਇਹ ਲੋਕਾਂ ਨੂੰ ਇੱਕ ਗੱਲ ਕਹਿੰਦੀਆਂ ਹਨ ਵੀ ਸਾਨੂੰ ਇਸ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਵੀ ਸਾਨੂੰ ਇਸ ਤਰ੍ਹਾਂ ਦੀ ਸਜ਼ਾ ਮਿਲੀ ਹੈ, ਸਾਡਾ ਨੱਕ ਕੱਟਤਾ, ਹੱਥ ਪੈਰ ਕੱਟ ਦਿੱਤੇ ਹੈ, ਸਾਨੂੰ ਇਸ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ, ਕਿਉਂਕਿ ਅਸੀਂ ਇੱਕ ਪਾਪੀ ਮਨੁੱਖ ਦਾ ਸਾਥ ਦਿੱਤਾ ਹੈ, ਅਸੀਂ ਵੀ ਪਾਪ ਕਮਾਇਆ, ਅਸੀਂ ਵੀ ਮਾਤਾ ਚੰਦ ਕੌਰ ਦੇ ਸਿਰ ਦੇ ਵਿੱਚ ਪੱਥਰ ਮਾਰੇ ਹੈ ਤੇ ਸਾਨੂੰ ਸਾਡੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਸੀਂ ਤੁਹਾਨੂੰ ਦੱਸਦੀ ਹਾਂ ਵੀ ਅਸੀਂ ਪੱਥਰ ਕਿਉਂ ਮਾਰਿਆ, ਇਹਦੇ ਪਿੱਛੇ ਧਿਆਨ ਸਿਉ ਡੋਗਰੇ ਦਾ ਹੱਥ ਹੈ। ਜੇ ਅਸੀਂ ਉਹਦੇ ਸਿਰ ਦੇ ਵਿੱਚ ਪੱਥਰ ਮਾਰਿਆ, ਇੱਕ ਤਾਂ ਸਾਨੂੰ ਲਾਲਚ ਦਿੱਤਾ ਗਿਆ ਸੀ ਕਿ ਤੁਹਾਨੂੰ ਰੁਪਈਏ ਦਿੱਤੇ ਜਾਣਗੇ, ਦੂਸਰਾ ਸਾਨੂੰ ਡਰਾਵਾ ਦਿੱਤਾ ਗਿਆ ਸੀ ਵੀ ਨਹੀਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਅਸੀਂ ਆਪਣੀ ਜਾਨ ਬਚਾਉਣ ਦੀ ਖਾਤਰ ਇਸ ਤਰ੍ਹਾਂ ਦਾ ਪਾਪ ਕੀਤਾ ਹੈਗਾ। ਪਰ ਜੋ ਧਿਆਨ ਸਿਉ ਡੋਗਰ ਹੈ ਉਹ ਬਹੁਤ ਹੀ ਕਰੂਰ ਬਿਰਤੀ ਦਾ ਜਾਂ ਬਹੁਤ ਹੀ ਛਲ ਕਪਟ ਵਾਲਾ ਮਨੁੱਖ ਹੈ। ਸਾਨੂੰ ਇੰਜ ਮਹਿਸੂਸ ਹੁੰਦਾ ਵੀ ਲਾਹੌਰ ਦਰਬਾਰ ਦੇ ਵਿੱਚ ਜਿੰਨੇ ਵੀ ਕਤਲ ਹੋਏ ਹੈ ਸਾਰਿਆਂ ਦੇ ਪਿੱਛੇ ਧਿਆਨ ਸਿਉ ਦਾ ਹੱਥ ਹੈ। ਹੁਣ ਉਹਨਾਂ ਨੇ ਇਸ ਤਰ੍ਹਾਂ ਪ੍ਰਚਾਰ ਕੀਤਾ ਜਦੋਂ ਕੋਈ ਲੋਕ ਵੇਖਣ ਆਉਂਦੇ ਹੈ, ਜਿਸ ਕਰਕੇ ਧਿਆਨ ਸਿਉ ਡੋਗਰੇ ਦੀ ਬਦਨਾਮੀ ਹੋਣ ਲੱਗ ਗਈ, ਗੱਲਾਂ ਹੋਣ ਲੱਗ ਗਈਆਂ। ਹੁਣ ਉਹ ਗੋਲੀਆਂ ਨੇ ਜਦੋਂ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ, ਸਾਰਿਆਂ ਨੇ ਆਪੋ ਆਪਣੇ ਮੁਤਾਬਕ ਧਿਆਨ ਸਿਉ ਡੋਗਰੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਹੋ ਸਕਦਾ ਹੈ ਸੱਚ ਬੋਲਦੀਆਂ ਹੋਣ। ਜਦੋਂ ਧਿਆਨ ਸਿਉ ਡੋਗਰੇ ਨੂੰ ਪਤਾ ਚੱਲਿਆ ਵੀ ਮੇਰੀ ਤਾਂ ਬਦਨਾਮੀ ਕਰ ਰਹੀਆਂ, ਉਹ ਮੇਰਾ ਪ੍ਰਚਾਰ ਹੋ ਰਿਹਾ, ਮੇਰੇ ਬਾਰੇ ਲੋਕਾਂ ਨੂੰ ਦੱਸ ਰਹੀਆਂ, ਲਾਹੌਰ ਦਰਬਾਰ ਦੇ ਵਿੱਚ ਜੋ ਮੁਲਾਜ਼ਮ ਨੇ ਜਾਂ ਸਿਪਾਹੀ ਨੇ ਜੋ ਵੀ ਉਹਨਾਂ ਨੂੰ ਵੇਖਣ ਜਾਂਦੇ ਹੈ, ਮੇਰਾ ਜੋ ਮੇਰੇ ਪ੍ਰਤੀ ਗਲਤ ਪ੍ਰਚਾਰ ਹੋ ਰਿਹਾ, ਉਸ ਨੇ ਕੀ ਕੀਤਾ, ਉਸੇ ਰਾਤ ਇੱਕ ਜਲਾਦ ਨੂੰ ਬੁਲਾਇਆ, ਉਸ ਜਲਾਦ ਨੂੰ ਆਪਣੇ ਵੱਲੋਂ ਰੁਪਈਏ ਦਿੱਤੇ ਤੇ ਉਸੇ ਰਾਤ ਹੀ 4 ਗੋਲੀਆਂ ਦਾ ਧਿਆਨ ਸਿਉ ਡੋਗਰੇ ਨੇ ਕਤਲ ਕਰਵਾ ਦਿੱਤਾ। ਇਹ ਘਟਨਾਵਾਂ ਨੇ ਜਿਹੜੀਆਂ ਇਹ 1843 ਈਸਵੀ ਦੀਆਂ ਨੇ। ਆਖਰ ਥੋੜ੍ਹਾ ਜਿਹਾ ਸਮਾਂ ਜਿਹੜਾ ਉਹ ਨੋਰਮਲ ਤਰੀਕੇ ਦੇ ਨਾਲ ਵਧੀਆ ਗੁਜ਼ਰੇ ਆ। ਇੱਕ ਲਾਹੌਰ ਦਰਬਾਰ ਦੇ ਵਿੱਚ ਕਹਿ ਸਕਦੇ ਆ ਜਾਂ ਅੰਮ੍ਰਿਤਸਰ ਦਰਬਾਰ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਭਾਈ ਗੁਰਮੁਖ ਸਿੰਘ। ਭਾਈ ਗੁਰਮੁਖ ਸਿੰਘ ਦਾ ਪਿਤਾ ਜਿਹੜਾ ਉਹ ਸੰਤ ਸਿੰਘ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਰਬਾਰ ਸਾਹਿਬ ਸੇਵਾ ਨਿਭਾ ਰਿਹਾ ਸੀ। ਤੇ ਗੁਰਮੁਖ ਸਿੰਘ ਦਾ ਜੋ ਦਾਦਾ ਹੈ, ਸੰਤ ਸਿੰਘ ਦਾ ਪਿਤਾ, ਉਹ ਹੈ ਭਾਈ ਸੂਰਤ ਸਿੰਘ। ਇਹ ਦਰਬਾਰ ਸਾਹਿਬ ਹੈੱਡ ਗ੍ਰੰਥੀ ਸੀ ਤੇ ਕਥਾ ਵਿਚਾਰ ਵੀ ਕਰਿਆ ਕਰਦਾ ਸੀ।
ਇਹ ਜਿਹੜਾ ਗੁਰਮੁਖ ਸਿੰਘ ਹੈ ਸ਼ੇਰ ਸਿੰਘ ਦੇ ਸਮੇਂ ਇਹ ਬੜਾ ਸੂਝਵਾਨ ਬੰਦਾ ਹੈ, ਬਹੁਤ ਹੀ ਵਧੀਆ। ਇਹਨੇ ਸ਼ੇਰ ਸਿੰਘ ਦੇ ਨਾਲ, ਮਹਾਰਾਜਾ ਸ਼ੇਰ ਸਿੰਘ ਦੇ ਨਾਲ ਇੱਕ ਮੁਲਾਕਾਤ ਕੀਤੀ। ਉਸ ਮੁਲਾਕਾਤ ਦੇ ਦੌਰਾਨ ਗੱਲਾਂ ਬਾਤਾਂ ਹੋਈਆਂ ਤੇ ਗੁਰਮੁਖ ਸਿੰਘ ਨੇ ਇੱਕ ਸੁਝਾਅ ਦਿੱਤਾ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਮਹਾਰਾਜਾ ਜੀ, ਤੁਹਾਨੂੰ ਜੋ ਤੁਹਾਡੇ ਪਰਿਵਾਰ ਦੇ ਬੰਦੇ ਹੈ ਉਹ ਨੇੜੇ ਰੱਖਣੇ ਚਾਹੀਦੇ ਹੈ। ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਤਾਂ ਦੂਰ ਕਰ ਰੱਖੇ ਆ, ਦੋ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਰੱਖੇ ਆ। ਸੰਧਾਵਾਲੀਆ ਪਰਿਵਾਰ ਹੈ ਨਾ ਜੋ ਸ਼ਰੀਕੇ ਦੇ ਵਿੱਚੋਂ, ਗੱਲ ਉਹਨਾਂ ਦੀ ਚੱਲ ਰਹੀ ਹੈ ਵੀ ਲਹਿਣਾ ਸਿੰਘ ਅਤੇ ਕਿਹਰ ਸਿੰਘ ਨੂੰ ਤੁਸੀਂ ਜੇਲ੍ਹ ਦੇ ਵਿੱਚ ਬੰਦ ਕਰ ਰੱਖੇ ਹੈ। ਅਜੀਤ ਸਿੰਘ ਤੇ ਅਤਰ ਸਿੰਘ ਉਹ ਅੰਗਰੇਜ਼ਾਂ ਕੋਲ ਦੌੜ ਕੇ ਚਲੇ ਗਏ ਹੈ। ਇਹਨਾਂ ਨੂੰ ਤਾਂ ਤੁਸੀਂ ਦੂਰ ਕਰ ਰੱਖੇ ਹੈ, ਪਰ ਜਿਹੜਾ ਧਿਆਨ ਸਿਉ ਡੋਗਰ ਹੈ, ਜਿਹੜਾ ਕਿ ਬੇਗਾਨਾ ਹੈਗਾ, ਉਹਨਾਂ ਨੂੰ ਤੁਸੀਂ ਬਿਲਕੁਲ ਲਾਹੌਰ ਦਰਬਾਰ ਦੇ ਵਿੱਚ ਰੱਖਿਆ ਹੋਇਆ। ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਵੀ ਧਿਆਨ ਸਿਉ ਡੋਗਰ ਹੈ ਜਿਹੜਾ ਉਹ ਬਹੁਤ ਹੀ ਛਲ ਕਪਟ ਵਾਲਾ ਵਿਅਕਤੀ ਹੈ, ਜਿੰਨੇ ਲਾਹੌਰ ਦਰਬਾਰ ਦੇ ਵਿੱਚ ਕਤਲ ਹੋਏ ਹੈ? ਕੀ ਤੁਹਾਨੂੰ ਇੰਜ ਮਹਿਸੂਸ ਨਹੀਂ ਹੁੰਦਾ ਵੀ ਉਹਦੇ ਮਗਰ ਜਿਹਦਾ ਹੱਥ ਹੈ ਜਿਹੜਾ ਉਹ ਧਿਆਨ ਸਿਉ ਡੋਗਰੇ ਦਾ? ਤੁਹਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ। ਆਪਣਾ ਪਰਿਵਾਰ ਨੇੜੇ ਰੱਖਣਾ ਚਾਹੀਦਾ। ਆਪਣੇ ਪਰਿਵਾਰ ਦੇ ਵਿੱਚ ਇੱਕ ਇਹ ਗੁਣ ਤਾਂ ਹੁੰਦਾ ਨਾ ਵੀ ਜੇ ਆਪਣੇ ਨੇੜੇ ਦਾ ਬੰਦਾ ਕਿਤੇ ਕੋਈ ਨੁਕਸਾਨ ਕਰੇਗਾ, ਆਪਣਾ ਮਾਰੇਗਾ ਛਾਵੇਂ ਤਾਂ ਸੁੱਟੇਗਾ ਨਾ। ਮਹਾਰਾਜਾ ਸ਼ੇਰ ਸਿੰਘ ਨੂੰ ਉਹ ਗੁਰਮੁਖ ਸਿੰਘ ਦੀਆਂ ਇਹ ਗੱਲਾਂ ਵਧੀਆ ਲੱਗੀਆਂ ਵੀ ਗੱਲ ਸਹੀ ਹੈ, ਤੇ ਮਹਾਰਾਜਾ ਸ਼ੇਰ ਸਿੰਘ ਧਿਆਨ ਸਿਉ ਡੋਗਰੇ ਨੂੰ ਸਮਝਦਾ ਵੀ ਹੈ, ਕਿਉਂਕਿ ਉਹਦੇ ਨਾਲ ਰਲ ਕੇ ਤਾਂ ਕਤਲ ਕੀਤੇ ਆ ਉਹਨੇ। ਨਾਨਕੀ ਕੌਰ ਦਾ, ਮਾਤਾ ਚੰਦ ਕੌਰ ਦਾ ਕਤਲ ਕੀਤਾ ਹੈ। ਸ਼ੇਰ ਸਿਉ ਨੂੰ ਪਤਾ ਇਹ ਗੱਲਾਂ ਬਾਰੇ ਵੀ ਅਸੀਂ ਕਿਵੇਂ ਜ਼ਹਿਰ ਦੇ ਕੇ ਖਤਮ ਕੀਤੀਆਂ ਉਹ ਦੋ ਔਰਤਾਂ ਸਾਡੇ ਪਰਿਵਾਰ ਦੀਆਂ। ਮਹਾਰਾਜਾ ਸ਼ੇਰ ਸਿੰਘ ਨੂੰ ਇਹ ਗੱਲ ਵਧੀਆ ਲੱਗੀ। ਉਹਨੇ ਕੀ ਕੀਤਾ, ਲਹਿਣਾ ਸਿੰਘ ਤੇ ਕਿਹਰ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ। ਜੇਲ੍ਹ ਦੇ ਵਿੱਚ ਬੰਦ ਕਰ ਰੱਖੇ ਸਨ, ਅਤੇ ਅਜੀਤ ਸਿਉ ਤੇ ਅਤਰ ਸਿੰਘ ਨੂੰ ਸੁਨੇਹਾ ਭੇਜਿਆ ਲੁਧਿਆਣੇ ਵੱਲ ਵੀ ਤੁਸੀਂ ਲਾਹੌਰ ਦਰਬਾਰ ਦੇ ਵਿੱਚ ਵਾਪਸ ਆ ਜਾਵੋ, ਆਪਣੇ ਜਿਹੜੇ ਗਿਲੇ ਸ਼ਿਕਵੇ ਹੈ ਉਹ ਆਪਾਂ ਬੈਠ ਕੇ ਸੁਲਝਾ ਲਵਾਂਗੇ, ਜੋ ਵੀ ਗਲਤੀਆਂ ਹੋਈਆਂ ਇੱਕ ਦੂਸਰੇ ਤੋਂ। ਹੁਣ ਜਦੋਂ ਸੁਨੇਹਾ ਭੇਜਿਆ ਗਿਆ, ਅਤਰ ਸਿੰਘ ਨਹੀਂ ਆਇਆ, ਅਜੀਤ ਸਿੰਘ ਆ ਗਿਆ ਸੁਨੇਹਾ ਸੁਣ ਕੇ। ਹੁਣ ਇਹ ਜਿਹੜੇ ਸੰਧਾਵਾਲੀਏ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰ ਹੈ, ਲਹਿਣਾ ਸਿੰਘ, ਕਿਹਰ ਸਿੰਘ, ਅਜੀਤ ਸਿੰਘ, ਇਹ ਮਹਾਰਾਜਾ ਸ਼ੇਰ ਸਿੰਘ ਦੇ ਨੇੜੇ ਹੋ ਗਏ। ਇਹਨਾਂ ਨੂੰ ਦੁਬਾਰੇ ਇਹਨਾਂ ਦੀਆਂ ਜੰਗੀਰਾਂ ਵੀ ਵਾਪਸ ਕਰ ਦਿੱਤੀਆਂ, ਜੇਲ੍ਹ ਦੇ ਵਿੱਚੋਂ ਵੀ ਆਜ਼ਾਦ ਕਰ ਦਿੱਤੇ, ਜੋ ਵੀ ਆਪਸ ਦੇ ਵਿੱਚ ਗਲਤ ਫਹਿਮੀਆਂ ਸਨ ਉਹ ਵੀ ਸੁਲਝਾ ਲਈਆਂ। ਧਿਆਨ ਸਿਉ ਡੋਗਰੇ ਨੂੰ ਇਹ ਗੱਲ ਵਧੀਆ ਨਹੀਂ ਲੱਗੀ ਵੀ ਜਿਹੜਾ ਸਾਰਾ ਪਰਿਵਾਰ ਹੈ ਉਹ ਇਕੱਠਾ ਹੋ ਰਿਹਾ ਹੈ, ਵੀ ਜੇ ਇਹ ਸਾਰੇ ਇਕੱਠੇ ਹੋ ਗਏ ਤਾਂ ਮੇਰਾ ਜੋ ਬੋਰੀਆ ਬਿਸਤਰ ਹੈ ਉਹ ਗੋਲ ਕਰ ਦੇਣਗੇ। ਇਹ ਇਕੱਠੇ ਨਹੀਂ ਹੋਣੇ ਚਾਹੀਦੇ। ਜਦੋਂ ਮਾਤਾ ਇਹ ਚੰਦ ਕੌਰ ਨੂੰ ਗੁਜਰਿਆਂ ਨੂੰ 3-4 ਮਹੀਨੇ ਲੰਘ ਗਏ ਹੈ, ਇੱਕ ਦਿਨ ਕੀ ਹੋਇਆ, ਮਹਾਰਾਜਾ ਸ਼ੇਰ ਸਿੰਘ ਜਿੱਥੇ ਪਹਿਲਾਂ ਰਹਿੰਦਾ ਸੀ, ਜਦੋਂ ਕੰਬਰ ਨੌ ਨਿਹਾਲ ਸਿੰਘ ਤਖਤ 'ਤੇ ਬੈਠਾ ਹੋਇਆ ਸੀ, ਮਾਤਾ ਚੰਦ ਕੌਰ ਇਹਨੂੰ ਮੁਕੇਰੀਆਂ ਵਾਲੇ ਇਲਾਕੇ ਦੇ ਵਿੱਚ ਜੰਗੀਰ ਦਿੱਤੀ ਹੋਈ ਸੀ, ਉੱਥੇ ਰਹਿ ਰਿਹਾ ਸੀ। ਇਹ ਉੱਥੇ ਚਲਿਆ ਗਿਆ ਸ਼ਿਕਾਰ ਖੇਡਣ ਦੇ ਲਈ। ਹੁਣ ਬਾਅਦ ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਜਾਂ ਤਾਂ ਸੰਧਾਵਾਲੀਆ ਪਰਿਵਾਰ ਹੈ ਤੇ ਜਾਂ ਧਿਆਨ ਸਿਉ ਡੋਗਰ ਹੈ। ਧਿਆਨ ਸਿਉ ਡੋਗਰੇ ਨੇ ਵਕਤ ਵਿਚਾਰ ਕੇ ਇਹ ਜਿਹੜਾ ਸੰਧਾਵਾਲੀਆ ਪਰਿਵਾਰ ਹੈ, ਲਹਿਣਾ ਸਿੰਘ ਤੇ ਕਿਹਰ ਸਿੰਘ ਤੇ ਅਜੀਤ ਸਿੰਘ, ਇਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਮੈਂ ਤੁਹਾਡੇ ਨਾਲ ਇੱਕ ਗੱਲਬਾਤ ਕਰਨੀ ਚਾਹੁੰਦਾ ਹੈ ਵੀ ਤੁਹਾਡੇ ਨਾਲ ਨਿਆਂ ਨਹੀਂ ਹੋਇਆ, ਤੁਹਾਡਾ ਕੋਈ ਇੱਥੇ ਆਪਾਂ ਕਹਿ ਸਕਦੇ ਹਾਂ
ਤੁਹਾਡੇ ਹੱਕਾਂ ਦਾ ਖਿਆਲ ਨਹੀਂ ਰੱਖਿਆ ਗਿਆ ਮਹਾਰਾਜਾ ਸ਼ੇਰ ਸਿੰਘ ਦੇ ਕੋਲੋਂ। ਵੀ ਵੇਖੋ ਪੁਰਾਣਾ ਆਪਣਾ ਇਤਿਹਾਸ ਪੜ੍ਹ ਕੇ ਪਿਛੋਕੜ ਤੁਹਾਡੇ ਬਜ਼ੁਰਗਾਂ ਦਾ ਜੀਵਨ, ਵੀ ਕਿੰਨੀਆਂ ਕੁਰਬਾਨੀਆਂ ਤੁਹਾਡੇ ਬਜ਼ੁਰਗਾਂ ਨੇ ਵੀ ਕੀਤੀਆਂ। ਪਰ ਤਖਤ ਤੇ ਬੈਠ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ। ਤੁਹਾਡਾ ਵੀ ਹੱਕ ਹੈ, ਤੁਸੀਂ ਵੀ ਹੱਕ ਤੇ ਤਖਤ ਤੇ ਬੈਠਣ ਦੇ ਹੱਕਦਾਰ ਹੋ। ਤੁਹਾਡੇ ਪਰਿਵਾਰ ਵਿੱਚੋਂ ਵੀ ਕੋਈ ਬਾਦਸ਼ਾਹ ਹੋਣਾ ਚਾਹੀਦਾ। ਹੁਣ ਵੇਖ ਲਓ ਤੁਹਾਡੇ ਪਰਿਵਾਰ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਜੰਗਾਂ ਲੜੀਆਂ ਨੇ, ਤੇ ਮਹਾਰਾਜਾ ਸ਼ੇਰ ਸਿੰਘ ਨੇ ਤਾਂ ਕਦੇ ਵੀ ਕੋਈ ਜੰਗ ਨਹੀਂ ਲੜੀ। ਪਰ ਦੇਖ ਲਓ ਤਖਤ ਦਾ ਬਾਦਸ਼ਾਹ ਉਹ ਹੈ, ਤੇ ਤੁਹਾਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਰੱਖਿਆ, ਤੁਹਾਡੀਆਂ ਜੰਗੀਰਾਂ ਜ਼ਬਤ ਕਰ ਲਈਆਂ। ਮੈਂ ਚਾਹੁੰਦਾ ਵੀ ਕੁਝ ਦਿਨ ਤੁਹਾਨੂੰ ਵੀ ਹਕੂਮਤ ਦਾ ਨਸ਼ਾ ਮਾਣ ਕੇ ਵੇਖਣਾ ਚਾਹੀਦਾ, ਬਾਦਸ਼ਾਹ ਬਣਨਾ ਚਾਹੀਦਾ। ਇਹ ਹਕੂਮਤ ਦਾ ਨਸ਼ਾ ਬੜਾ ਵਧੀਆ ਹੈ। ਤੁਸੀਂ ਕੋਸ਼ਿਸ਼ ਕਰੋ ਵੀ ਕਿਸੇ ਤਰੀਕੇ ਨਾਲ ਬਾਦਸ਼ਾਹ ਬਣ ਜਾਵੋ। ਜਦੋਂ ਲਹਿਣਾ ਸਿੰਘ ਨੂੰ ਇਹ ਗੱਲਾਂ ਕਹੀਆਂ ਨਾ, ਲਹਿਣਾ ਸਿੰਘ ਕਹਿੰਦਾ ਵੀ ਵੇਖ, ਮਨ ਤਾਂ ਸਾਡਾ ਵੀ ਕਰਦਾ ਵੀ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਬਾਦਸ਼ਾਹ ਹੋਣਾ ਚਾਹੀਦਾ, ਪਰ ਅਸੀਂ ਬਹੁਤ ਉਲਝੇ ਹੋਏ ਹੈ। ਅਸੀਂ ਕੋਸ਼ਿਸ਼ ਵੀ ਕੀਤੀ ਹੈ, ਜਿਸ ਦੇ ਵਿੱਚ ਸਾਡਾ ਨੁਕਸਾਨ ਵੀ ਹੋਇਆ। ਮਹਾਰਾਜਾ ਸ਼ੇਰ ਸਿੰਘ ਨੇ ਸਾਨੂੰ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ, ਸਾਡੀਆਂ ਜੰਗੀਰਾਂ ਜ਼ਬਤ ਕਰ ਲਈਆਂ। ਅਸੀਂ ਹੁਣ ਕੁਝ ਕਰ ਨਹੀਂ ਸਕਦੇ, ਸਾਡੇ ਕੋਲ ਇੰਨੀ ਤਾਕਤ ਨਹੀਂ ਹੈ। ਹੁਣ ਕੀ ਕੀਤਾ ਜਾ ਸਕਦਾ? ਜਦੋਂ ਇਹ ਗੱਲ ਕਹੀ ਹੈ ਭਾਈ ਲਹਿਣਾ ਸਿੰਘ ਨੇ ਵੀ ਹੁਣ ਕੀ ਕੀਤਾ ਜਾ ਸਕਦਾ ਹੈ, ਤੇ ਧਿਆਨ ਸਿਓ ਡੋਗਰਾ ਕਹਿੰਦਾ ਕੀਤਾ ਤਾਂ ਬਹੁਤ ਕੁਝ ਜਾ ਸਕਦਾ। ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤਰੀਕਾ ਮੈਂ ਦੱਸ ਦਿੰਦਾ, ਬਹੁਤ ਕੁਝ ਕੀਤਾ ਜਾ ਸਕਦਾ। ਉਹ ਕਹਿੰਦੇ ਵੀ ਕੀ ਕੀਤਾ ਜਾ ਸਕਦਾ? ਧਿਆਨ ਸਿਓ ਡੋਗਰਾ ਕਹਿੰਦਾ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰ ਦਿਓ, ਉਹਨੂੰ ਤਖਤ ਤੋਂ ਲਾ ਦਿਓ। ਬਾਅਦ ਦੇ ਵਿੱਚ ਆਪਾਂ ਕੀ ਕਰਾਂਗੇ, ਦਲੀਪ ਸਿਉ ਨੂੰ ਤਖਤ ਦਾ ਬਾਦਸ਼ਾਹ ਬਣਾਵਾਂਗੇ। ਮਹਾਰਾਜਾ ਦਲੀਪ ਸਿੰਘ ਰਾਣੀ ਜਿੰਦ ਕੌਰ ਦਾ ਲੜਕਾ ਹੈਗਾ, ਅਖੀਰਲੀ ਰਾਣੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ। ਇਹਦੀ ਉਮਰ ਉਦੋਂ ਤਕਰੀਬਨ 4-5 ਸਾਲ ਦੀ ਹੈ, ਇਹ ਬੱਚਾ ਹੈਗਾ। ਆਪਾਂ ਉਸ ਨੂੰ ਤਖਤ ਤੇ ਬਿਠਾਵਾਂਗੇ, ਤੇ ਇੱਕ ਬੱਚਾ ਹੈ ਜਿਹੜਾ ਉਹ ਰਾਜ ਪ੍ਰਬੰਧ ਨਹੀਂ ਚਲਾ ਸਕਦਾ, ਤੇ ਉਹਦੇ ਲਈ ਫਿਰ ਕੋਈ ਵਧੀਆ ਹੰਡਿਆ ਵਰਤਿਆ ਵਜ਼ੀਰ ਵੀ ਚਾਹੀਦਾ, ਤੇ ਵਜ਼ੀਰ ਤੁਸੀਂ ਬਣ ਜਿਓ। ਤੇ ਮੇਰਾ ਕੀ ਹੈ, ਮੈਂ ਤਾਂ ਹੁਣ ਬਹੁਤ ਸਮਾਂ ਰਾਜ ਕਰ ਲਿਆ, ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਗਏ ਹੈ। ਮੈਂ ਤਾਂ ਗੰਗਾ ਚਲਿਆ ਜਾਵਾਂਗਾ ਇਸ਼ਨਾਨ ਕਰਨ ਦੇ ਲਈ। ਮੈਂ ਤਾਂ ਹੁਣ ਜੋ ਪਾਪ ਕਮਾਏ ਹੈ ਉਹਨਾਂ ਪਾਪਾਂ ਦਾ ਪਛਤਾਵਾ ਕਰਾਂਗਾ। ਮੈਂ ਤਾਂ ਤੀਰਥ ਯਾਤਰਾਵਾਂ 'ਤੇ ਚਲਿਆ ਜਾਣਾ। ਮੇਰੀ ਤਾਂ ਇਹ ਮਨ ਦੇ ਵਿੱਚ ਇੱਛਾ ਹੈਗੀ ਕਿ ਇਹ ਸਾਰੇ ਕੁਝ ਤੋਂ ਪਰੇ ਹੋ ਕੇ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਧਿਆਨ ਦਈਏ, ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰੀਏ, ਧਰਮ ਦੇ ਕਰਮ ਕਰੀਏ। ਲਹਿਣਾ ਸਿੰਘ ਮਜੀਠੀਆ ਨੂੰ, ਇਹ ਲਹਿਣਾ ਸਿੰਘ ਮਜੀਠੀਆ ਵੈਸੇ ਸ਼ਬਦ ਬੋਲਿਆ ਗਿਆ ਕਿਉਂਕਿ ਲਹਿਣਾ ਸਿੰਘ ਮਜੀਠੀਆ ਵੀ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖ ਹੋਇਆ। ਸੋ ਖੈਰ ਲਹਿਣਾ ਸਿੰਘ ਨੂੰ ਇਹ ਗੱਲ ਚੰਗੀ ਲੱਗੀ ਵੀ ਆਹ ਵਧੀਆ ਤਰੀਕਾ ਵੀ ਮਹਾਰਾਜਾ ਸ਼ੇਰ ਸਿੰਘ ਦਾ ਆਪਾਂ ਕਤਲ ਕਰ ਦਈਏ, ਦਲੀਪ ਸਿੰਘ ਨੂੰ ਤਖਤ ਤੇ ਬਿਠਾਵਾਂਗੇ, ਉਹ ਬੱਚਾ ਹੈਗਾ, ਤੇ ਆਪ ਖੁਦ ਵਜ਼ੀਰ ਬਣਾਂਗੇ, ਮੁੱਖ ਮੰਤਰੀ ਬਣਾਂਗੇ। ਇਹ ਧਿਆਨ ਸਿਓ ਡੋਗਰੇ ਦੇ ਕਹਿਣ ਤੇ ਮੁਕੇਰੀਆਂ ਵਿਖੇ ਚਲੇ ਗਏ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰਨ ਦੇ ਲਈ। ਵੀ ਉਹ ਜੰਗਲ ਦੇ ਵਿੱਚ ਗਿਆ ਹੋਇਆ, ਉੱਥੇ ਸ਼ਿਕਾਰ ਖੇਡਣ। ਉੱਥੇ ਤੁਸੀਂ ਜਦੋਂ ਕਤਲ ਕਰ ਵੀ ਦਿੱਤਾ, ਕਿਸੇ ਨੂੰ ਕਿਹੜਾ ਪਤਾ ਲੱਗਣਾ ਜੰਗਲ ਦੇ ਵਿੱਚ ਵੀ ਕਿਸੇ ਜਾਨਵਰ ਨੇ ਕੋਈ ਹਮਲਾ ਕੀਤਾ ਹੋਣਾ, ਇੱਥੇ ਪਤਾ ਥੋੜ੍ਹੀ ਲੱਗਣਾ। ਤੇ ਇੱਥੇ ਤੁਹਾਨੂੰ ਕੋਈ ਲਾਹੌਰ ਦਰਬਾਰ ਦੇ ਵਿੱਚ ਕੋਈ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ, ਨਾ ਕੋਈ ਕਤਲ ਦਾ ਮੁਕੱਦਮਾ ਚੱਲਣਾ, ਨਾ ਕਿਸੇ ਨੂੰ ਪਤਾ ਚੱਲਣਾ ਵੀ ਕਿਹਨੇ ਕਤਲ ਕੀਤਾ। ਇਹ ਸਾਰੀਆਂ ਇਸ ਤਰ੍ਹਾਂ ਦੀ ਪਲੈਨਿੰਗ ਬਣਾ ਕੇ ਇਹ ਚਲੇ ਗਏ ਮੁਕੇਰੀਆਂ ਵਿਖੇ। ਹੁਣ ਮੁਕੇਰੀਆਂ ਦੇ ਵਿੱਚ, ਉਸ ਇਲਾਕੇ ਦੇ ਵਿੱਚ, ਜੰਗਲ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਤੰਬੂ ਲਾਇਆ ਹੋਇਆ, ਉੱਥੇ ਰਹਿ ਰਿਹਾ। ਅਜੀਤ ਸਿੰਘ ਤੇ ਲਹਿਣਾ ਸਿੰਘ, ਅਜੀਤ ਸਿੰਘ ਭਤੀਜਾ ਹੈ, ਲਹਿਣਾ ਸਿੰਘ ਚਾਚਾ ਹੈ ਅਜੀਤ ਸਿੰਘ ਦਾ।
ਤੇ ਜਦੋਂ ਇਹ ਚਲੇ ਗਏ, ਅੰਦਰ ਮਹਾਰਾਜਾ ਸ਼ੇਰ ਸਿੰਘ ਬੈਠਾ ਆਪਣੇ ਤੰਬੂ ਦੇ ਵਿੱਚ। ਜਦੋਂ ਇਹਨਾਂ ਨੂੰ ਵੇਖਿਆ ਅਚਾਨਚੱਕ ਉਹ ਖੜਾ ਹੋਇਆ ਤੇ ਉਸ ਨੇ ਇਹਨਾਂ ਦੀ ਆਓ ਭਗਤ ਕੀਤੀ। ਲਹਿਣਾ ਸਿੰਘ ਦੇ ਪੈਰੀ ਹੱਥ ਲਾਏ, ਕਿਉਂਕਿ ਉਹ ਚਾਚਾ ਹੈਗਾ ਰਿਸ਼ਤੇਦਾਰੀ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਵੀ। ਤੇ ਨਾਲੇ ਆਓ ਭਗਤ ਕੀਤੀ, ਨਾਲੇ ਹਾਲ ਚਾਲ ਪੁੱਛਿਆ, ਨਾਲੇ ਕਹਿਆ ਵੀ ਤੁਸੀਂ ਕਿਵੇਂ ਆਏ, ਤੁਸੀਂ ਇੱਥੇ ਬੈਠੋ, ਆਪਾਂ ਹੋਰ ਵੀ ਕੁਝ ਗਲਤ ਫਹਿਮੀਆਂ ਆਪਣੇ ਵਿੱਚ ਆਪਾਂ ਉਹ ਵੀ ਦੂਰ ਕਰਦੇ ਹਾਂ ਗੱਲਾਂ ਬਾਤਾਂ ਦੇ ਰਾਹੀਂ। ਤੁਸੀਂ ਵਧੀਆ ਕੀਤਾ ਇੱਥੇ ਆਇਓ, ਇਕਾਂਤ ਵਸ ਜਗ੍ਹਾ 'ਤੇ ਬੈਠ ਗਏ। ਬੈਠਣ ਤੋਂ ਬਾਅਦ ਗੱਲਾਂ ਬਾਤਾਂ ਹੋਈਆਂ, ਵਿਚਾਰਾਂ ਹੋਈਆਂ। ਲਹਿਣਾ ਸਿੰਘ ਕਹਿੰਦਾ ਵੀ ਅਸੀਂ ਤਾਂ ਨਾ ਇੱਕ ਬਹੁਤ ਜ਼ਰੂਰੀ ਕੰਮ ਆਏ ਹਾਂ ਤੁਹਾਡੇ ਕੋਲੇ। ਮਹਾਰਾਜਾ ਸ਼ੇਰ ਸਿੰਘ ਕਹਿੰਦਾ ਵੀ ਕੀ ਕੰਮ ਆਏ ਹੋ ਦੱਸੋ। ਲਹਿਣਾ ਸਿੰਘ ਨੀਵੀਂ ਪਾ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਕਹਿਣ ਲੱਗਿਆ ਵੀ ਅਸੀਂ ਤਾਂ ਇਸ ਲਈ ਆਏ ਹਾਂ ਵੀ ਜਿਹੜਾ ਧਿਆਨ ਸਿੰਘ ਡੋਗਰ ਹੈ ਨਾ, ਉਹ ਤੁਹਾਡਾ ਕਤਲ ਕਰਨਾ ਚਾਹੁੰਦਾ, ਵੀ ਉਹ ਤੁਹਾਡਾ ਕਤਲ ਕਰਵਾਉਣਾ ਚਾਹੁੰਦਾ, ਕਰਨਾ ਚਾਹੁੰਦਾ, ਤੁਹਾਨੂੰ ਤਖਤ ਤੋਂ ਲਾਉਣਾ ਚਾਹੁੰਦਾ। ਇਹ ਤਾਂ ਤੁਸੀਂ ਵੀ ਸਮਝਦੇ ਹੋ ਨਾ ਵੀ ਜਿੰਨੇ ਲਾਹੌਰ ਦਰਬਾਰ ਵਿੱਚ ਕਤਲ ਹੋਏ ਹੈ, ਉਹਦੇ ਪਿੱਛੇ ਜਿਹੜਾ ਦਿਮਾਗ ਕੰਮ ਕਰਦਾ ਸੀ ਉਹ ਧਿਆਨ ਸਿੰਘ ਡੋਗਰੇ ਦਾ ਸੀ। ਮਹਾਰਾਜਾ ਸ਼ੇਰ ਸਿੰਘ ਚੰਗੀ ਤਰ੍ਹਾਂ ਸਮਝਦਾ ਧਿਆਨ ਸਿੰਘ ਡੋਗਰੇ ਦਾ ਵੀ ਉਹ ਕਿਹੋ ਜਿਹਾ ਬੰਦਾ ਹੈ। ਮਹਾਰਾਜਾ ਸ਼ੇਰ ਸਿੰਘ ਦੇ ਰਾਹੀਂ ਵੀ ਉਹਨੇ ਕਤਲ ਕਰਵਾਏ ਹੈ। ਤੇ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ, ਧਿਆਨ ਸਿੰਘ ਡੋਗਰੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜੇ ਅਸੀਂ ਅੱਜ ਤੁਹਾਡੇ ਕੋਲ ਆਏ ਹਾਂ ਨਾ, ਤੇ ਸਾਨੂੰ ਵੀ ਧਿਆਨ ਸਿੰਘ ਡੋਗਰੇ ਨੇ ਇਹੀ ਗੱਲ ਕਹਿ ਕੇ ਭੇਜੀ ਹੈ ਵੀ ਤੁਸੀਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰਕੇ ਆਓ, ਉੱਥੇ ਜੰਗਲ ਦੇ ਵਿੱਚ ਜਾ ਕੇ ਉਹਨੂੰ ਤਖਤ ਤੋਂ ਲਾ ਦੇਵੋ। ਬਾਅਦ ਦੇ ਵਿੱਚ ਆਪਾਂ ਦਲੀਪ ਸਿੰਘ ਨੂੰ ਤਖਤ ਦਾ ਬਾਦਸ਼ਾਹ ਬਣਾਵਾਂਗੇ ਤੇ ਤੁਸੀਂ ਵਜ਼ੀਰ ਬਣ ਜਿਓ। ਇਹ ਪਲੈਨਿੰਗ ਹੈ ਉਹਦੀ। ਤੇ ਅਸੀਂ ਤੁਹਾਡਾ ਕਤਲ ਨਹੀਂ ਕੀਤਾ, ਇੱਥੇ ਆ ਕੇ ਤੁਹਾਨੂੰ ਸਾਰੀ ਗੱਲ ਦੱਸੀ ਹੈ ਤੇ ਨਾਲ ਤੁਹਾਨੂੰ ਇਹ ਰਾਏ ਦਿੰਦੇ ਆ ਵੀ ਤੁਹਾਨੂੰ ਧਿਆਨ ਸਿੰਘ ਡੋਗਰੇ ਦਾ ਕਤਲ ਕਰ ਦੇਣਾ ਚਾਹੀਦਾ। ਹੁਣ ਮਹਾਰਾਜਾ ਸ਼ੇਰ ਸਿੰਘ ਕਹਿੰਦਾ ਵੀ ਇਹ ਕੰਮ ਤਾਂ ਫਿਰ ਤੁਸੀਂ ਕਰ ਸਕਦੇ ਹੋ, ਵੀ ਤੁਸੀਂ ਕਤਲ ਕਰ ਦਿਓ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਲਹਿਣਾ ਸਿੰਘ ਕਹਿੰਦਾ ਵੀ ਅਸੀਂ ਕਤਲ ਤਾਂ ਕਰ ਦੇਵਾਂਗੇ ਧਿਆਨ ਸਿੰਘ ਡੋਗਰੇ ਦਾ, ਪਰ ਸਾਨੂੰ ਕੀ ਮਿਲੇਗਾ, ਕਿਉਂਕਿ ਸਾਡੇ ਤੇ ਤਾਂ ਫਿਰ ਬਾਅਦ ਵਿੱਚ ਮੁਕੱਦਮਾ ਚੱਲੇਗਾ ਕਤਲ ਦਾ। ਜਦੋਂ ਲਾਹੌਰ ਦਰਬਾਰ ਵਿੱਚ ਕਤਲ ਹੋਵੇਗਾ ਪਤਾ ਚੱਲੇਗਾ ਸਾਰਿਆਂ ਨੂੰ ਵੀ ਕਿਹਨੇ ਕਤਲ ਕੀਤਾ ਹੈ। ਮਹਾਰਾਜਾ ਸ਼ੇਰ ਸਿੰਘ ਕਹਿੰਦਾ ਮੈਂ ਤੁਹਾਡਾ ਕਤਲ ਮਾਫ ਕਰ ਦਿਆਂਗਾ, ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ, ਜਾ ਕੇ ਤੁਸੀਂ ਧਿਆਨ ਸਿੰਘ ਡੋਗਰੇ ਦਾ ਕਤਲ ਕਰ ਦਿਓ। ਲਹਿਣਾ ਸਿੰਘ ਕਹਿੰਦਾ ਵੀ ਆਏ ਨਹੀਂ ਕਤਲ ਕਰਦੇ, ਇਹ ਤਾਂ ਜ਼ਬਾਨੀ ਕਲਾਮੀ ਹੈ। ਤੁਸੀਂ ਪਹਿਲਾਂ ਮਾਤਾ ਚੰਦ ਕੌਰ ਦਾ ਕਤਲ ਵੀ ਕਰਵਾਉਣਾ ਚਾਹਿਆ ਗੋਲੀਆਂ ਦੇ ਕੋਲੋਂ, ਤੇ ਬਾਅਦ ਵਿੱਚ ਤੁਸੀਂ ਗੋਲੀਆਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਤੁਹਾਡਾ ਕੀ ਪਤਾ, ਯਕੀਨ ਸਾਨੂੰ ਤੁਹਾਡੇ ਤੇ ਵੀ ਨਹੀਂ ਹੈ। ਇੱਕ ਮੈਂ ਬੇਨਤੀ ਇਹ ਵੀ ਕਰ ਦੇਵਾਂ, ਲਾਹੌਰ ਦਰਬਾਰ ਦੇ ਵਿੱਚ 3 ਧੜੇ ਹੈ। ਇੱਕ ਮਹਾਰਾਜਾ ਸ਼ੇਰ ਸਿੰਘ, ਦੂਸਰਾ ਧਿਆਨ ਸਿੰਘ ਡੋਗਰਾ, ਤੀਸਰਾ ਇਹ ਸੰਧਾਵਾਲੀਆ ਪਰਿਵਾਰ, ਲਹਿਣਾ ਸਿੰਘ ਹੋ ਗਿਆ, ਅਜੀਤ ਸਿੰਘ, ਕੇਹਰ ਸਿੰਘ। ਇਹ 3 ਧੜੇ ਹੈ ਤੇ ਤਿੰਨੇ ਹੀ ਇੱਕ ਦੂਸਰੇ ਤੇ ਯਕੀਨ ਨਹੀਂ ਕਰਦੇ, ਕੋਈ ਕਿਸੇ ਤੇ ਵਿਸ਼ਵਾਸ ਨਹੀਂ ਹੈ। ਹੁਣ ਇਹ ਕਹਿੰਦੇ ਵੀ ਅਸੀਂ ਤੁਹਾਡੇ ਤੇ ਯਕੀਨ ਨਹੀਂ ਕਰਦੇ, ਬਾਅਦ ਦੇ ਵਿੱਚ ਹੋ ਸਕਦਾ ਤੁਸੀਂ ਸਾਨੂੰ ਕਤਲ ਦੇ ਮੁਕੱਦਮੇ ਦੇ ਵਿੱਚ ਸਜ਼ਾ ਦੇਵੋ ਭਿਆਨਕ, ਜਿਵੇਂ ਗੋਲੀਆਂ ਨੂੰ ਦਿੱਤੀ ਗਈ ਹੈ। ਤੁਸੀਂ ਲਿਖ ਕੇ ਦਿਓ, ਇੱਥੇ ਲਿਖੋ ਪੱਤਰ ਦੇ ਉੱਪਰ, ਕਾਗਜ਼ ਦੇ ਉੱਪਰ, ਤੇ ਥੱਲੇ ਆਪਣੀ ਮੋਹਰ ਲਾਵੋ, ਆਪਣੇ ਸਾਈਨ ਕਰੋ, ਫਿਰ ਅਸੀਂ ਕਤਲ ਕਰਾਂਗੇ। ਮਹਾਰਾਜਾ ਸ਼ੇਰ ਸਿੰਘ ਨੇ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਨਾਲ ਇਕਰਾਰਨਾਮਾ ਕੀਤਾ ਵੀ ਜੇਕਰ ਤੁਸੀਂ ਧਿਆਨ ਸਿੰਘ ਡੋਗਰੇ ਦਾ ਕਤਲ ਕਰਦੇ ਹੋ ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ, ਤੁਹਾਨੂੰ ਉੱਚੇ ਅਹੁਦੇ ਦਿੱਤੇ ਜਾਣਗੇ। ਆਪਣੇ ਵੱਲੋਂ ਲਿਖ ਦਿੱਤਾ ਉਹਨੇ, ਥੱਲੇ ਮੋਹਰ ਵੀ ਲਾਤੀ, ਸਾਈਨ ਵੀ ਕਰਤੇ। ਇਹ ਵਾਪਸ ਮੁੜ ਆਏ ਲਹਿਣਾ ਸਿੰਘ ਤੇ ਅਜੀਤ ਸਿੰਘ, ਤੇ ਧਿਆਨ ਸਿੰਘ ਡੋਗਰਾ ਇਹਨਾਂ ਨੂੰ ਉਡੀਕ ਰਿਹਾ ਵੀ ਉਹ ਕਤਲ ਕਰਕੇ ਆਉਣਗੇ। ਤੇ ਜਦੋਂ ਵਾਪਸ ਆਏ ਧਿਆਨ ਸਿੰਘ ਡੋਗਰਾ ਕਹਿੰਦਾ ਵੀ ਕਰਿਆ ਇਹ ਕੰਮ, ਉਹ ਕਹਿੰਦੇ ਵੀ ਕੰਮ ਤਾਂ ਨਹੀਂ ਹੋਇਆ, ਸਾਡਾ ਉੱਥੇ ਦਾ ਨਹੀਂ ਲੱਗਿਆ।
ਉੱਥੇ ਹੋਰ ਸਨ, ਸਿਪਾਹੀ ਸਨ, ਜਿਸ ਕਰਕੇ ਅਸੀਂ ਉਹਦੇ ਕਤਲ ਨਹੀਂ ਕਰ ਸਕੇ। ਪਰ ਅਸੀਂ ਉੱਥੇ ਉਂਝ ਹੋਰ ਗੱਲਾਂ ਬਾਤਾਂ ਕੀਤੀਆਂ, ਬੈਠ ਕੇ ਵਿਚਾਰਾਂ ਕੀਤੀਆਂ। ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਮਹਾਰਾਜਾ ਸ਼ੇਰ ਸਿੰਘ ਤੁਹਾਡਾ ਕਤਲ ਕਰਵਾਉਣਾ ਚਾਹੁੰਦਾ। ਧਿਆਨ ਸਿੰਘ ਡੋਗਰੇ ਨੂੰ ਆ ਕੇ ਉਹਨਾਂ ਨੇ ਦੱਸਿਆ। ਉਹ ਕਹਿੰਦਾ ਵੀ ਇਹ ਨਹੀਂ ਹੋ ਸਕਦਾ, ਉਹ ਕਹਿੰਦਾ ਵੀ ਹੋ ਸਕਦਾ। ਉਹਨਾਂ ਨੇ ਉਹ ਜੋ ਮਹਾਰਾਜਾ ਸ਼ੇਰ ਸਿੰਘ ਨੇ ਪੱਤਰ ਲਿਖਿਆ ਸੀ, ਹੇਠਾਂ ਮੋਹਰ ਲਾਈ ਸੀ, ਸਾਈਨ ਕੀਤੇ, ਉਹ ਵਿਖਾਤਾ ਵੀ ਆਹ ਵੇਖ ਲਾ, ਲਿਖਤੀ ਰੂਪ ਦੇ ਵਿੱਚ ਹੈ। ਹੁਣ ਜਿਹੜਾ ਬੰਦਾ ਆਪ ਕਿਸੇ ਨੂੰ ਮੌਤ ਦੇ ਘਾਟ ਉਤਾਰਦਾ ਹੋਵੇ ਨਾ, ਜਦੋਂ ਉਹਦੇ ਸਾਹਮਣੇ ਮੌਤ ਖੜ ਜਾਂਦੀ ਹੈ ਆ ਕੇ, ਫਿਰ ਉਹਦੇ ਲੱਤਾਂ ਦੇ ਵਿੱਚ ਜਾਨ ਨਹੀਂ ਰਹਿੰਦੀ ਖੜਨ ਦੀ। ਹੁਣ ਧਿਆਨ ਸਿੰਘ ਡੋਗਰਾ ਉਹਨਾਂ ਦੇ ਤਰਲੇ ਕਰਦਾ ਵੀ ਮੇਰਾ ਕਤਲ ਨਾ ਕਰੋ, ਤੁਹਾਨੂੰ ਕਤਲ ਨਹੀਂ ਕਰਨਾ ਚਾਹੀਦਾ, ਮੈਂ ਤਾਂ ਤੁਹਾਡੇ ਪੱਖ 'ਤੇ ਹਾਂ, ਮੈਂ ਹੀ ਤੁਹਾਨੂੰ ਰਾਏ ਦਿੱਤੀ ਵੀ ਤੁਸੀਂ ਕਿਵੇਂ ਤਖਤ 'ਤੇ ਬੈਠ ਸਕਦੇ ਹੋ, ਅਤੇ ਮੈਂ ਤਾਂ ਤੁਹਾਡੇ ਭਲੇ ਦੀ ਗੱਲ ਕਰਦਾ ਸੀ। ਜੇ ਮਹਾਰਾਜਾ ਸ਼ੇਰ ਸਿੰਘ ਨੇ ਲਿਖਤੀ ਰੂਪ ਦੇ ਵਿੱਚ ਦੇ ਦਿੱਤਾ ਤਾਂ ਤੁਹਾਨੂੰ ਕਤਲ ਨਹੀਂ ਕਰਨਾ ਚਾਹੀਦਾ ਮੇਰਾ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਮੈਂ ਤਾਂ ਗੰਗਾ 'ਤੇ ਚਲਿਆ ਜਾਣਾ। ਉਹ ਲਹਿਣਾ ਸਿੰਘ ਕਹਿੰਦਾ ਵੀ ਅਸੀਂ ਤੁਹਾਡਾ ਕਤਲ ਨਹੀਂ ਕਰਦੇ, ਅਸੀਂ ਜੇ ਕਰਨਾ ਹੁੰਦਾ ਅਸੀਂ ਆਹ ਪੱਤਰ ਥੋੜ੍ਹੀ ਵਿਖਾਉਣਾ ਸੀ, ਅਸੀਂ ਤਾਂ ਤੁਹਾਨੂੰ ਇਹ ਗੱਲ ਕਹਿੰਦੇ ਆ ਵੀ ਅਸੀਂ ਮਹਾਰਾਜਾ ਸ਼ੇਰ ਸਿੰਘ ਦਾ ਹੀ ਕਤਲ ਕਰਾਂਗੇ। ਪਰ ਜਿਵੇਂ ਆਹ ਲਿਖਤੀ ਰੂਪ ਦੇ ਵਿੱਚ ਦਿੱਤਾ ਨਾ ਸਾਨੂੰ ਲਿਖ ਕੇ ਮਹਾਰਾਜਾ ਸ਼ੇਰ ਸਿੰਘ ਨੇ, ਤੁਸੀਂ ਲਿਖਤੀ ਰੂਪ ਦੇ ਵਿੱਚ ਲਿਖ ਕੇ ਦੇਵੋ ਵੀ ਮਹਾਰਾਜਾ ਸ਼ੇਰ ਸਿੰਘ ਦਾ ਜੇਕਰ ਤੁਸੀਂ ਕਤਲ ਕਰੋਗੇ ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਤੁਸੀਂ ਵੀ ਇਸੇ ਤਰ੍ਹਾਂ ਦਾ ਪੱਤਰ ਲਿਖੋ। ਅਤੇ ਧਿਆਨ ਸਿੰਘ ਨੇ ਵੀ ਆਪਣੇ ਵੱਲੋਂ ਪੱਤਰ ਲਿਖ ਦਿੱਤਾ ਅਤੇ ਉਹਦੇ ਹੇਠਾਂ ਸਾਈਨ ਕਰ ਦਿੱਤੇ, ਆਪਣੀ ਜੋ ਮੋਹਰ ਹੈ ਉਹਦੇ ਕੋਲ ਉਹ ਵੀ ਲਾ ਦਿੱਤੀ। ਹੁਣ ਦੋਵੇਂ ਪੱਤਰ ਲਹਿਣਾ ਸਿੰਘ ਦੇ ਕੋਲ ਹੈ, ਜਿਨ੍ਹਾਂ ਦੇ ਵਿੱਚ ਇੱਕ ਦੂਸਰੇ ਦੇ ਕਤਲ ਕਰਨ ਦਾ ਜ਼ਿਕਰ ਕੀਤਾ ਗਿਆ, ਉਹ ਉਹਨੇ ਆਪਣੇ ਬੋਝੇ ਦੇ ਵਿੱਚ ਪਾ ਲਏ। ਹੁਣ ਇਹ ਇਸ ਮੌਕੇ ਦੇ ਤਾੜ ਦੇ ਵਿੱਚ ਹਨ ਵੀ ਕੋਈ ਸਮਾਂ ਬਣੇ ਜਿਸ ਸਮੇਂ ਅਸੀਂ ਕਤਲ ਕਰ ਸਕੀਏ ਅਤੇ ਤਖਤ ਦੇ ਉੱਪਰ ਬੈਠ ਸਕੀਏ, ਉੱਚੇ ਅਹੁਦੇ 'ਤੇ ਪਹੁੰਚ ਸਕੀਏ। ਉਹਨਾਂ ਦਿਨਾਂ ਦੇ ਵਿੱਚ ਨਾ ਇਸ ਤਰ੍ਹਾਂ ਦਾ ਇੱਕ ਰੂਲ ਸੀਗਾ ਵੀ 1 ਸਾਲ ਬਾਅਦ ਨਾ ਫੌਜ ਦਾ ਨਿਰੀਖਣ ਕੀਤਾ ਜਾਂਦਾ ਸੀ। ਜੋ ਫੌਜ ਹੈ ਉਹ ਆਪਣਾ ਪ੍ਰਦਰਸ਼ਨ ਕਰਿਆ ਕਰਦੀ ਸੀ। ਅੱਜ ਵੀ ਵੇਖ ਲਓ, ਜਦੋਂ ਕੋਈ 26 ਜਨਵਰੀ ਹੁੰਦੀ ਹੈ ਜਾਂ 15 ਅਗਸਤ ਹੁੰਦਾ ਹੈ, ਫੌਜ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਨਾ, ਜੋ ਵੱਖ-ਵੱਖ ਪਲਟਨਾਂ ਨੇ, ਰੈਜੀਮੈਂਟ ਨੇ, ਉਹ ਆਪਣੇ ਹਥਿਆਰ ਵੀ ਵਿਖਾਉਂਦੀਆਂ, ਆਪਣੀ ਕਲਾ ਵੀ ਵਿਖਾਉਂਦੀਆਂ। ਅੱਜ ਵੀ ਇਸੇ ਤਰ੍ਹਾਂ ਹੁੰਦਾ, ਹਰੇਕ ਕੰਟਰੀ ਦੀਆਂ ਫੌਜਾਂ ਉਹ ਆਪਣਾ ਪ੍ਰਦਰਸ਼ਨ ਕਰਦੀਆਂ। ਉਸ ਸਮੇਂ ਵੀ ਕੀਤਾ ਜਾਂਦਾ ਸੀ। ਅਤੇ ਮਹਾਰਾਜਾ ਸ਼ੇਰ ਸਿੰਘ ਨੂੰ ਕਿਹਾ ਗਿਆ ਵੀ ਫੌਜ ਦਾ ਆਪਾਂ ਨਿਰੀਖਣ ਕਰਨਾ ਜਾਂ ਫੌਜ ਨੇ ਵੀ ਪ੍ਰਦਰਸ਼ਨ ਕਰਨਾ, ਆਪਣੇ ਹਥਿਆਰ ਵਿਖਾਉਣੇ ਹੈ, ਆਪਣੀ ਕਲਾ ਵਿਖਾਉਣੀ ਹੈ। ਅਤੇ ਉਹ ਜਿਹੜਾ ਦਿਨ ਨਿਸ਼ਚਿਤ ਕੀਤਾ ਗਿਆ ਉਹ 13 ਨਵੰਬਰ 1843 ਈਸਵੀ ਦਾ ਦਿਨ ਹੈ। ਹੁਣ ਉਸ ਦਿਨ ਕੀ ਕੀਤਾ ਜਾਂਦਾ ਵੀ ਜਿੰਨੀਆਂ ਫੌਜਾਂ ਸਰਹੱਦ 'ਤੇ ਹੈ ਉਹਨਾਂ ਦੇ ਵਿੱਚੋਂ ਫੌਜ ਬੁਲਾ ਲਈ ਜਾਂਦੀ ਹੈ। ਵੱਖ-ਵੱਖ ਜੋ ਪਲਟਣਾ ਨੇ, ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਰੀ ਫੌਜ ਲਾਹੌਰ ਦੇ ਵਿੱਚ ਬੁਲਾ ਕੇ ਉਹ ਪ੍ਰਦਰਸ਼ਨ ਕੀਤਾ ਜਾਂਦਾ ਹੈ, ਨਿਰੀਖਣ ਕੀਤਾ ਜਾਂਦਾ ਹੈ। ਜੋ ਗਲਤੀਆਂ ਹੁੰਦੀਆਂ ਉਹਨਾਂ ਨੂੰ ਵੀ ਸੁਧਾਰਿਆ ਜਾਂਦਾ ਹੈ। ਹਥਿਆਰਾਂ ਦੀ ਵੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ, ਹਥਿਆਰ ਵਿਖਾਏ ਜਾਂਦੇ ਵੀ ਫਲਾਨੀ ਪਲਟਣ ਦੇ ਕੋਲ ਆਹ ਵਧੀਆ ਹਥਿਆਰ ਹੈ ਜਾਂ ਇਸ ਤਰ੍ਹਾਂ ਦੇ। ਹੁਣ ਇਸ ਬਹਾਨੇ ਦੇ ਵਿੱਚ ਕੀ ਹੋਇਆ ਨਾ, ਜਦੋਂ ਉਹ ਸਾਰੀ ਫੌਜ ਬੁਲਾਈ ਗਈ ਨਿਰੀਖਣ ਕਰਨ ਦੇ ਲਈ, ਲਹਿਣਾ ਸਿੰਘ ਨੇ ਆਪਣੀ 5000 ਫੌਜ ਜੋ ਰਾਜਾ ਸੰਸੀ ਦੇ ਵਿੱਚ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਜੋ ਜੰਗੀਰ ਸੀ, ਉੱਥੇ ਇਹਨਾਂ ਦੀ ਫੌਜ ਵੀ ਸੀ, ਉਹ 5000 ਬੰਦਾ ਫੌਜ ਦਾ ਬੁਲਾਇਆ ਇਸ ਬਹਾਨੇ ਲਾਹੌਰ ਦਰਬਾਰ ਦੇ ਵਿੱਚ। ਇਹ ਜਿਹੜੀ ਫੌਜ ਹੈ ਇਹ ਲਾਹੌਰ ਦਰਬਾਰ ਦੇ ਬਾਹਰ ਬੈਠ ਗਈ ਹੈ ਇਹ ਫੌਜ ਲਹਿਣਾ ਸਿੰਘ ਦੇ ਅਧੀਨ, ਜੋ ਸੰਧਾ ਵਾਲੀਆ ਪਰਿਵਾਰ ਹੈ, ਕਿਉਂਕਿ ਹੋਰ ਕੋਈ ਬਹਾਨਾ ਨਹੀਂ ਸੀ ਆਪਣੀ ਫੌਜ ਨੂੰ ਇੱਥੇ ਬੁਲਾਉਣ ਦਾ। ਧਿਆਨ ਸਿੰਘ ਡੋਗਰੇ ਨੇ ਵੀ ਆਪਣੀ ਫੌਜ ਬੁਲਾ ਲਈ ਹੈ, ਜਿਹੜੀ ਇਹਦੇ ਪੁੱਤਰ ਦੇ ਅਧੀਨ ਸੀ, ਹੀਰਾ ਸਿਉਂ ਦੇ ਅਧੀਨ। ਉਹ ਫੌਜ ਵੀ ਆ ਕੇ ਜਿੱਥੇ ਬੁੱਧੂ ਦਾ ਆਵ ਹੈ ਉਸ ਜਗ੍ਹਾ 'ਤੇ ਬੈਠ ਗਈ ਹੈ।
ਬਾਕੀ ਜੋ ਫੌਜਾਂ ਨੇ ਉਹ ਵੀ ਆ ਗਈਆਂ ਵੱਖ-ਵੱਖ ਸਰਹੰਦਾਂ ਤੋਂ ਆਪਣਾ ਪ੍ਰਦਰਸ਼ਨ ਕਰਨ ਦੇ ਲਈ। ਤੇ 13 ਨਵੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਤਖਤ ਤੇ ਬੈਠਾ, ਲਾਹੌਰ ਦਰਬਾਰ ਤੋਂ ਬਾਹਰ ਇਹ ਪ੍ਰਦਰਸ਼ਨ ਚੱਲ ਰਿਹਾ ਹੈ। ਫੌਜਾਂ ਆਪਣਾ ਪ੍ਰਦਰਸ਼ਨ ਕਰ ਰਹੀਆਂ, ਹਥਿਆਰ ਵਿਖਾ ਰਹੀਆਂ। ਅਜੀਤ ਸਿੰਘ ਜਿਹੜਾ ਲਹਿਣਾ ਸਿੰਘ ਦਾ ਭਤੀਜਾ ਹੈ ਤੇ ਰਿਸ਼ਤੇਦਾਰੀ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਉਹ ਭਰਾ ਲੱਗਿਆ, ਉਹਦੇ ਵੱਲੋਂ ਇੱਕ ਵਿਦੇਸ਼ ਦੇ ਵਿੱਚੋਂ ਬੰਦੂਕ ਮੰਗਵਾਈ ਗਈ ਸੀ। ਉਹ ਬੰਦੂਕ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਅਜੀਤ ਸਿੰਘ ਨੇ ਉਹ ਬੰਦੂਕ ਹੈ ਜਿਹੜੀ ਉਹ ਮਹਾਰਾਜਾ ਸ਼ੇਰ ਸਿੰਘ ਦੇ ਕੋਲ ਜਾ ਕੇ ਉਹਨੂੰ ਵਿਖਾਉਣੀ ਚਾਹੀ ਵੀ ਆਹ ਵਿਦੇਸ਼ੀ ਹਥਿਆਰ ਹੈ ਜਿਹੜਾ ਅਸੀਂ ਮੰਗਵਾਇਆ, ਇਹ ਬਹੁਤ ਵਧੀਆ। ਮਹਾਰਾਜਾ ਸ਼ੇਰ ਸਿੰਘ ਉਹਨੂੰ ਬੰਦੂਕ ਨੂੰ ਆਪਣੀ ਹੱਥ ਦੇ ਵਿੱਚ ਫੜ ਕੇ ਵੇਖਦਾ ਵੀ ਬਾ ਕਮਾਲ ਦੀ ਹੈ ਤਾਂ ਵਿਦੇਸ਼ੀ ਰਾਈਫਲ। ਤੇ ਉਹਦੇ ਵਿੱਚ ਇੱਕ ਗੁਣ ਇਹ ਹੈ ਵੀ ਉਹਦਾ ਘੋੜਾ ਨਹੀਂ ਦਿਸਦਾ ਵੀ ਕਿੱਥੇ ਹੈ ਘੋੜਾ ਇਹਦਾ ਬੰਦੂਕ ਦਾ। ਅਣਜਾਣ ਬੰਦਾ ਉਹਨੂੰ ਚਲਾ ਹੀ ਨਹੀਂ ਸਕਦਾ, ਉਹਦੇ ਘੋੜੇ ਦਾ ਨਹੀਂ ਪਤਾ ਲੱਗਦਾ ਵੀ ਕਿੱਥੇ ਹੈਗਾ। ਮਹਾਰਾਜਾ ਸ਼ੇਰ ਸਿੰਘ ਕਹਿੰਦਾ ਵੀ ਇਹਦਾ ਘੋੜਾ ਤਾਂ ਦਿਸਦਾ ਨਹੀਂ, ਬੰਦੂਕ ਦਾ ਕਿੱਥੇ ਹੈਗਾ, ਕਿੱਥੋਂ ਚੱਲੇਗੀ। ਤੇ ਅਜੀਤ ਸਿੰਘ ਪਹਿਲਾਂ ਹੀ ਉਹਦੇ ਵਿੱਚ ਰੌਂਦ ਪਾ ਕੇ ਲੈ ਕੇ ਆਇਆ ਸੀ, ਉਹਨਾਂ ਦੀ ਸਾਰੀ ਪਲੈਨਿੰਗ ਸੀ। ਉਹ ਕਹਿੰਦਾ ਵੀ ਤੁਸੀਂ ਮੈਨੂੰ ਫੜਾਓ ਬੰਦੂਕ, ਮੈਂ ਤੁਹਾਨੂੰ ਦੱਸਦਾ ਕਿੱਥੇ ਹੈ ਘੋੜਾ। ਤੇ ਅਜੀਤ ਸਿੰਘ ਨੇ ਉਹ ਬੰਦੂਕ ਮਹਾਰਾਜਾ ਸ਼ੇਰ ਸਿੰਘ ਦੇ ਹੱਥ ਦੇ ਵਿੱਚੋਂ ਫੜ ਕੇ ਤੇ ਉਸ ਘੋੜੇ ਨੂੰ ਦੱਬ ਦਿੱਤਾ ਅਤੇ ਬੰਦੂਕ ਦੀ ਨਾਲ ਹੈ ਜਿਹੜੀ ਉਹ ਮਹਾਰਾਜਾ ਸ਼ੇਰ ਸਿੰਘ ਵੱਲ ਕਰ ਦਿੱਤੀ, ਜਿਸ ਕਰਕੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋ ਗਿਆ ਉੱਥੇ। ਅਜੀਤ ਸਿੰਘ ਤੇ ਲਹਿਣਾ ਸਿੰਘ ਦੀ ਇਹ ਪਲੈਨਿੰਗ ਸੀ ਵੀ ਇਸ ਤਰੀਕੇ ਦੇ ਨਾਲ ਕਤਲ ਕਰਾਂਗੇ, ਆਪਣੀ ਫੌਜ ਨੂੰ ਵੀ ਬੁਲਾਵਾਂਗੇ ਤਾਂ ਕਿ ਲਾਹੌਰ ਦਰਬਾਰ ਤੇ ਕਬਜ਼ਾ ਕਰ ਸਕੀਏ। 5000 ਦੀ ਫੌਜ ਵੀ ਲੈ ਕੇ ਆਇਆ ਉਹ। ਜਦੋਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋ ਗਿਆ, ਲਹਿਣਾ ਸਿੰਘ ਵੀ ਕੋਲ ਖੜਾ, ਉਹਨੇ ਆਪਣੀ ਤਲਵਾਰ ਦੇ ਨਾਲ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਵੱਢ ਲਿਆ ਤੇ ਆਪਣੀ ਤਲਵਾਰ ਤੇ ਟੰਗ ਲਿਆ। ਆਪਣੀ 5000 ਦੀ ਫੌਜ ਲੈ ਕੇ ਉਹ ਲਾਹੌਰ ਦੇ ਕਿਲੇ ਵੱਲ ਜਾ ਰਿਹਾ। ਜਦੋਂ ਲਾਹੌਰ ਦੇ ਕਿਲੇ ਦੇ ਵਿੱਚ ਗਿਆ, ਮਹਾਰਾਜਾ ਸ਼ੇਰ ਸਿੰਘ ਦਾ ਜਿਹੜਾ ਪੁੱਤਰ ਹੈ 11 ਸਾਲ ਦਾ ਕੰਬਰ ਪ੍ਰਤਾਪ ਸਿੰਘ, ਉਹ ਲਾਹੌਰ ਦੇ ਕਿਲੇ ਦੇ ਵਿੱਚ ਹੈ। ਜਦੋਂ ਉਸ ਨੂੰ ਪਤਾ ਚੱਲਿਆ ਵੀ ਫੌਜ ਕਿਲੇ ਦੇ ਵੱਲ ਆ ਰਹੀ ਹੈ, ਰੌਲਾ ਪੈ ਰਿਹਾ ਹੈ, ਘੋੜਿਆਂ ਦੀਆਂ ਟਾਪਾਂ ਸੁਣ ਰਹੀਆਂ, ਆਖਰ ਫੌਜ ਹੈ ਜਿਹੜੀ ਉਹ ਅੰਦਰ ਚਲੀ ਗਈ। ਕੰਬਰ ਪ੍ਰਤਾਪ ਸਿੰਘ ਨੂੰ ਵੀ ਪਤਾ ਚੱਲ ਗਿਆ ਵੀ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਲਹਿਣਾ ਸਿੰਘ ਦੇ ਵੱਲੋਂ। ਉਸ ਨੂੰ ਵੀ ਉਹ ਹੁਣ ਕਿਲੇ ਦੇ ਵਿੱਚ ਹੀ ਹੈ, ਕੁਝ ਵੰਡ ਰਿਹਾ ਸੀ ਉਹ ਗਰੀਬਾਂ ਨੂੰ, ਉਸ ਵੇਲੇ ਉਹਨੂੰ ਵੀ ਜਾ ਕੇ ਘੇਰਾ ਪਾ ਲਿਆ ਅਜੀਤ ਸਿੰਘ ਨੇ ਤੇ ਲਹਿਣਾ ਸਿੰਘ ਨੇ। ਉਹ ਕੰਬਰ ਪ੍ਰਤਾਪ ਸਿੰਘ ਆਪਣੇ ਪਿਤਾ ਦਾ ਸਿਰ ਵੇਖਦਾ ਤਲਵਾਰ ਤੇ ਟੰਗਿਆ ਹੋਇਆ, ਲਹਿਣਾ ਸਿੰਘ ਮਜੀਠੀਆ ਲਹਿਣਾ ਸਿੰਘ ਘੋੜੇ ਤੇ ਸਵਾਰ ਹੈ। ਕੰਬਰ ਪ੍ਰਤਾਪ ਸਿੰਘ ਲਹਿਣਾ ਸਿੰਘ ਨੂੰ ਰਿਸ਼ਤੇਦਾਰੀ ਵਿੱਚ ਉਹ ਬਾਬਾ ਲੱਗਦਾ, ਦਾਦਾ ਲੱਗਦਾ। ਉਸ ਨੂੰ ਇੱਕ ਗੱਲ ਕਹਿੰਦਾ ਵੀ ਬਾਬਾ ਜੀ ਮੈਂ ਵੇਖਿਆ ਲਾਹੌਰ ਦਰਬਾਰ ਦੇ ਵਿੱਚ ਵੀ ਬਹੁਤ ਕਤਲ ਹੋਏ ਹੈ ਪਿਛਲੇਰੇ ਸਮੇਂ ਦੇ ਵਿੱਚ, ਤੇ ਅੱਜ ਤੁਸੀਂ ਮੇਰੇ ਪਿਤਾ ਦਾ ਵੀ ਕਤਲ ਕਰ ਦਿੱਤਾ ਹੈ। ਤੇ ਮੈਂ ਇਹ ਕਤਲ ਵੇਖ ਵੇਖ ਕੇ ਇੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ, ਮੇਰੇ ਮਨ ਦੇ ਵਿੱਚ ਰੱਤਾ ਭਰ ਵੀ ਲਾਲਚ ਨਹੀਂ ਵੀ ਮੈਨੂੰ ਤਖਤ ਮਿਲਣਾ ਚਾਹੀਦਾ। ਮੈਨੂੰ ਕੋਈ ਲਾਲਚ ਨਹੀਂ ਵੀ ਮੈਂ ਤਖਤ ਤੇ ਬੈਠਾਂ। ਜੇ ਤੁਸੀਂ ਮੇਰੇ ਪਿਤਾ ਦਾ ਕਤਲ ਕਰ ਦਿੱਤਾ, ਤੁਸੀਂ ਤਖਤ ਤੇ ਬੈਠਣਾ ਚਾਹੁੰਦੇ ਹੋ, ਬੈਠ ਜਾਵੋ, ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਸਿਰਫ ਲਾਹੌਰ ਦਰਬਾਰ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਮੈਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਨਹੀਂ ਬਣਾਵਾਂਗਾ ਵੀ ਕਿਸੇ ਦਾ ਕਤਲ ਕਰਕੇ ਤਖਤ ਤੇ ਬੈਠਾਂ, ਤੇ ਮੇਰਾ ਕਤਲ ਨਾ ਕਰੋ। ਉਹ ਆਪਣੇ ਜਾਨ ਨੂੰ ਬਚਾਉਣ ਦੇ ਲਈ ਤਰਲਾ ਕਰ ਰਹੇ ਹੈ, ਕਿਉਂਕਿ ਕੰਬਰ ਪ੍ਰਤਾਪ ਸਿੰਘ ਨੂੰ ਪਤਾ ਹੈ ਵੀ ਤਖਤ ਤੇ ਸਹੀ ਤੌਰ ਤੇ ਹੱਕ ਮੇਰਾ ਬਣੇਗਾ ਮਹਾਰਾਜਾ ਸ਼ੇਰ ਸਿੰਘ ਦੇ ਮਰਨ ਤੋਂ ਬਾਅਦ, ਕਿਉਂਕਿ ਮੈਂ ਉਹਦਾ ਪੁੱਤਰ ਹਾਂ। ਤੇ ਇਹ ਕੋਸ਼ਿਸ਼ ਕਰਨਗੇ ਮੇਰਾ ਕਤਲ ਕਰਨ ਦੀ। ਉਹ ਕਹਿ ਰਿਹਾ ਵੀ ਮੇਰੀ ਜਾਨ ਬਖਸ਼ ਦੇਵੋ, ਪਰ ਨਹੀਂ ਬਖਸ਼ੀ ਜਾਂਦੀ। ਉਸ ਸਮੇਂ ਲਹਿਣਾ ਸਿੰਘ ਕੰਬਰ ਪ੍ਰਤਾਪ ਸਿੰਘ ਦੇ ਵੀ ਸਿਰ ਤੇ ਤਲਵਾਰ ਚਲਾਉਂਦਾ, ਉਹਦਾ ਵੀ ਸਿਰ ਕੱਟ ਦਿੱਤਾ ਜਾਂਦਾ। ਉਹ ਅਜੀਤ ਸਿੰਘ ਆਪਣੀ ਤਲਵਾਰ ਦੇ ਵਿੱਚ ਟੰਗ ਲੈਂਦਾ। ਦੋਵੇਂ ਪਿਤਾ ਅਤੇ ਪੁੱਤਰ ਦੇ ਸਿਰ ਟੰਗ ਕੇ ਲਹਿਣਾ ਸਿੰਘ ਤੇ ਅਜੀਤ ਸਿੰਘ
ਲਾਹੌਰ ਦਰਬਾਰ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਲਿਜਾ ਕੇ ਉਹ ਸਿਰ ਹੈ ਜਿਹੜੇ ਉਹ ਸੁੱਟ ਦਿੱਤੇ ਜਾਂਦੇ ਆ। ਇਸ ਤਰੀਕੇ ਦੇ ਨਾਲ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋਇਆ, ਉਹਦੇ ਪੁੱਤਰ ਦਾ ਕਤਲ ਕੀਤਾ ਗਿਆ। ਤੇ ਕੀਤਾ ਕਿਹਦੇ ਵੱਲੋਂ ਗਿਆ? ਸਕੇ ਪਰਿਵਾਰ ਦੇ ਵੱਲੋਂ। ਲਹਿਣਾ ਸਿੰਘ ਪਰਿਵਾਰ ਦੇ ਵਿੱਚੋਂ ਹੈ, ਮਹਾਰਾਜਾ ਰਣਜੀਤ ਸਿੰਘ ਦੇ ਸ਼ਰੀਕੇ ਦੇ ਵਿੱਚੋਂ ਹੈ। ਇਸ ਤਰੀਕੇ ਦੇ ਨਾਲ ਧਿਆਨ ਸਿੰਘ ਡੋਗਰੇ ਨੇ ਇਹਨਾਂ ਦਾ ਵੀ ਕਤਲ ਕਰਵਾ ਦਿੱਤਾ। ਅਸਲ ਦੇ ਵਿੱਚ ਅਸੀਂ ਤਾਂ ਇਹ ਗੱਲਾਂ ਵਿਚਾਰਦੇ ਹਾਂ ਵੀ ਜਿਹੜੇ ਸਿਆਸਤਦਾਨ ਹੁੰਦੇ ਆ ਉਹ ਅੱਜ ਦੇ ਸਮੇਂ ਵਿੱਚ ਕੋਈ ਬਹੁਤੇ ਵਧੀਆ ਨਹੀਂ, ਪਰ ਜੇ ਪੁਰਾਣੀ ਹਿਸਟਰੀ ਪੜ੍ਹ ਕੇ ਵੇਖੀਏ, ਇਤਿਹਾਸ ਪੜ੍ਹ ਕੇ, ਇਹ ਸਿਆਸਤਦਾਨ ਕਦੇ ਵੀ ਚੰਗਾ ਨਹੀਂ ਹੋਇਆ। ਅਸਲ ਦੇ ਵਿੱਚ ਜੋ ਸਿਆਸਤ ਦੇ ਅੱਖਰੀ ਅਰਥ ਨੇ ਉਹ ਇਹੀ ਹੈ। ਸਿਆਸ ਦਾ ਅਰਥ ਹੁੰਦਾ ਕਾਲਾ, ਸੱਤ ਦਾ ਅਰਥ ਹੁੰਦਾ ਸੱਚ। ਵੀ ਕਾਲਾ ਸੱਚ। ਜਿਹੜਾ ਬੰਦਾ ਸਿਆਸਤੀ ਹੈ ਉਹਦੇ ਕੱਪੜੇ ਜ਼ਰੂਰ ਚਿੱਟੇ ਹੋ ਸਕਦੇ ਆ, ਪਰ ਮਨ ਬਹੁਤ ਕਾਲਾ ਹੁੰਦਾ। ਹੁਣ ਆਪਾਂ ਇਹ ਇਤਿਹਾਸ ਨੂੰ ਵਿਚਾਰ ਰਹੇ ਹਾਂ ਵੀ ਲਾਹੌਰ ਤਖਤ ਦੇ ਉੱਪਰ ਬੈਠਣ ਦੇ ਲਈ, ਬਾਦਸ਼ਾਹ ਬਣਨ ਦੇ ਲਈ ਕਿਵੇਂ ਕਤਲ ਕੀਤਾ ਜਾ ਰਿਹਾ ਪਰਿਵਾਰ ਦੇ ਮੈਂਬਰਾਂ ਦਾ, ਤੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਹੀ। ਸਿਰਫ ਇੱਕ ਮਨ ਦੇ ਵਿੱਚ ਚਾਹਤ ਹੈ ਵੀ ਕਿਸੇ ਤਰੀਕੇ ਨਾਲ ਮੈਂ ਬਾਦਸ਼ਾਹ ਬਣ ਜਾਵਾਂ, ਮੈਂ ਉੱਚੇ ਅਹੁਦੇ 'ਤੇ ਬਿਰਾਜਮਾਨ ਹੋ ਜਾਵਾਂ। ਖੁਸ਼ਵੰਤ ਸਿੰਘ ਇੱਕ ਇਤਿਹਾਸਕਾਰ ਹੋਇਆ, ਉਹਨੇ ਕਿਸੇ ਨਾ ਅੰਗਰੇਜ਼ ਦੀ ਕਵਿਤਾਵਾਂ ਦੀਆਂ ਜੋ ਉਲੱਥਾ ਕੀਤਾ ਕਵਿਤਾ ਦਾ, ਉਹਨੇ ਲਿਖਿਆ ਵੀ ਜਿਹੜਾ ਬੰਦਾ ਸਿਆਸਤੀ ਹੁੰਦਾ ਹੈ ਨਾ, ਉਹਦੇ ਮਨ ਦੇ ਵਿੱਚ ਚਾਰ ਚੀਜ਼ਾਂ ਦੀ ਹਮੇਸ਼ਾ ਭੁੱਖ ਬਣੀ ਰਹਿੰਦੀ ਹੈ। ਚਾਰ ਚੀਜ਼ਾਂ ਦੀ ਰਹਿੰਦੀ ਸਦਾ ਉਮੰਗ, ਇਸਤਰੀ, ਘੋੜੇ, ਹਕੂਮਤ ਅਤੇ ਜੰਗ। ਇਹ ਸਿਆਸਤੀ ਬੰਦੇ ਦੀ ਭੁੱਖ ਹੁੰਦੀ ਹੈ ਵੀ ਉਹ ਇਹ ਚੀਜ਼ਾਂ ਚਾਹੁੰਦਾ ਹੀ ਚਾਹੁੰਦਾ, ਇਸਤਰੀਆਂ, ਘੋੜੇ ਤੇ ਹਕੂਮਤ ਦਾ ਨਸ਼ਾ ਤੇ ਹਮੇਸ਼ਾ ਜੰਗ। ਵੀ ਇਹਨਾਂ ਚਾਰ ਚੀਜ਼ਾਂ ਦੇ ਵਿੱਚੋਂ ਉਹ ਕੋਈ ਨਾ ਕੋਈ ਚੀਜ਼ ਹਥਿਆਉਣ ਦੇ ਲਈ ਆਪਣੇ ਵੱਲੋਂ ਪਲੈਨਿੰਗ, ਆਪਣੇ ਵੱਲੋਂ ਅਨੇਕਾਂ ਤਰ੍ਹਾਂ ਦੇ ਤਰੀਕੇ ਅਪਣਾਉਂਦਾ ਰਹਿੰਦਾ। ਸਿਆਸਤਦਾਨ ਇਸੇ ਤਰ੍ਹਾਂ ਹੁੰਦੇ ਆ ਵੀ ਆਪਣੇ ਮਨਸੂਬੇ ਨੂੰ, ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਕਈ ਵਾਰੀ ਜੰਗਾਂ ਵੀ ਲਵਾ ਦਿੰਦੇ ਆ ਵੀ ਜੰਗ ਕਰਵਾ ਦੇਵੋ, ਬਾਅਦ ਦੇ ਵਿੱਚ ਆਪਾਂ ਇੱਥੋਂ ਦੇ ਹਾਕਮ ਬਣ ਜਾਵਾਂਗੇ, ਬਾਦਸ਼ਾਹ ਬਣ ਜਾਵਾਂਗੇ। ਤੇ ਧਿਆਨ ਸਿੰਘ ਡੋਗਰਾ ਕੀ ਕਰ ਰਿਹਾ? ਧਿਆਨ ਸਿੰਘ ਡੋਗਰੇ ਦੇ ਮਨ ਦੀ ਜਿਹੜੀ ਤਮੰਨਾ ਹੈ ਨਾ ਉਹ ਇਹ ਹੈ ਵੀ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਖਤਮ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਸਿੱਖ ਰਾਜ ਦੇ ਬਾਦਸ਼ਾਹ ਬਣਾਂਗੇ, ਮੇਰਾ ਪੁੱਤਰ ਜਿਹੜਾ ਹੀਰਾ ਸਿੰਘ ਹੈ ਉਹ ਬਾਦਸ਼ਾਹ ਬਣੇ। ਸੋ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।